आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफर तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਘੁਲਾਟੀਏ ਮੀਆਂ ਸਾਹਿਬ ਖੁਰਦ, ਸ਼ਾਇਰੇ ਕਸ਼ਮੀਰ ਗੁਲਾਮ ਅਹਿਮਦ ਅਤੇ ਸ਼ਾਸਤਰੀ ਸੰਗੀਤ ਗਾਇਕਾ ਸ਼ਰਨ ਰਾਣੀ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਅਸੀਂ ਸੁਤੰਤਰਤਾ ਸੈਨਾਨੀ ਮੀਆਂ ਸਾਹਿਬ ਖੁਰਦ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ, ਜੋ 9 ਅਪ੍ਰੈਲ 1860 ਨੂੰ ਸ਼ਹੀਦ ਹੋ ਗਏ ਸਨ। ਔਰੰਗਾਬਾਦ ਮਹਾਰਾਸ਼ਟਰ ਦੇ ਮੀਆਂ ਸਾਹਿਬ ਖੁਰਦ ਨੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ ਸੀ। ਔਰੰਗਾਬਾਦ ਦੇ ਵੱਖ-ਵੱਖ ਸਥਾਨਾਂ 'ਤੇ ਅੰਗਰੇਜ਼ੀ ਫੌਜ ਨਾਲ ਉਹਨਾਂ ਦੀ ਮੁੱਠਭੇੜ ਹੋਈ। 9 ਅਪ੍ਰੈਲ 1860 ਨੂੰ ਕੰਪਨੀ ਦੀ ਫੌਜ ਜਦੋਂ ਔਰੰਗਾਬਾਦ ਵਿੱਚ ਨਿਰਮਲ ਵੱਲ ਵੱਧ ਰਹੀ ਸੀ ਤਾਂ ਮੀਆਂ ਸਾਹਿਬ ਖੁਰਦ ਨੇ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕੀਤਾ ਅਤੇ ਇਸ ਮੁੱਠਭੇੜ ਵਿੱਚ ਸ਼ਹੀਦ ਹੋ ਗਏ। ਦੇਸ਼ ਇਸ ਮਹਾਨ ਸਪੂਤ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕਰਦਾ ਹੈ। ਅੱਜ ਅਸੀਂ ਸ਼ਾਇਰੇ ਕਸ਼ਮੀਰ ਗੁਲਾਮ ਅਹਿਮਦ ਨੂੰ ਵੀ ਯਾਦ ਕਰ ਰਹੇ ਹਾਂ, ਜੋ ਮਹਿਜੂਰ ਦੇ ਉਪ ਨਾਂ ਨਾਲ ਪ੍ਰਸਿੱਧ ਸਨ। 1952 ਵਿੱਚ ਅੱਜ ਦੇ ਹੀ ਦਿਨ ਯਾਨੀ 9 ਅਪ੍ਰੈਲ ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਮਹਿਜੂਰ ਜੰਮੂ ਕਸ਼ਮੀਰ ਦੇ ਤਤਕਾਲੀ ਰਿਆਸਤ ਵਿੱਚ ਕੰਮ ਕਰਦੇ ਸਨ। ਸਰਕਾਰੀ ਕੰਮ ਦੇ ਸਿਲਸਿਲੇ ਵਿੱਚ ਉਹਨਾਂ ਨੇ ਘਾਟੀ ਵਿੱਚ ਦੂਰ ਦਰਾਡੇ ਦੀ ਯਾਤਰਾ ਕਰਨੀ ਹੁੰਦੀ ਸੀ। ਇਸ ਦੌਰਾਨ ਭੂਮੀਹੀਨ ਕਿਸਾਨਾਂ ਨਾਲ ਉਹਨਾਂ ਦੀ ਜਾਣ ਪਛਾਣ ਹੋਈ। ਵਾਂਝੇ ਕਿਸਾਨਾਂ ਦਾ ਦੁੱਖ ਅਤੇ ਪੀੜ ਉਹਨਾਂ ਦੀ ਸ਼ਾਇਰੀ ਵਿੱਚ ਦਰਦ ਬਣ ਕੇ ਛਲਕਣ ਲੱਗੀ। ਉਹਨਾਂ ਨੇ ਕਵਿਤਾ ਨੂੰ ਉੱਚੇ ਵਰਗ ਦੇ ਸੀਮਿਤ ਦਾਇਰੇ ਨੂੰ ਬਾਹਰ ਕੱਢਿਆ ਅਤੇ ਇਸ ਨੂੰ ਆਮ ਲੋਕਾਂ ਦੀ ਭਾਸ਼ਾ ਕਸ਼ਮੀਰੀ ਭਾਸ਼ਾ ਦਾ ਲਿਬਾਸ ਪਹਿਨਾਇਆ। ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਮਹਿਜੂਰ ਨੂੰ ਕਸ਼ਮੀਰ ਦਾ ਵਰਡਸਵਰਥ ਨਾਂ ਦਿੱਤਾ। ਉਹਨਾਂ ਦੀ ਕਵਿਤਾ ਵਲੋਹਾ ਬਾਗਵਾਨੋ ਨੂੰ ਪੁਨਰ ਜਾਗਰਣ ਗੀਤ ਦੀ ਤਰ੍ਹਾਂ ਅਪਣਾਇਆ ਗਿਆ, ਜਿਸ ਵਿੱਚ ਆਜ਼ਾਦੀ ਦੇ ਲਈ ਕਸ਼ਮੀਰ ਦੀ ਪੁਕਾਰ ਨੂੰ ਆਵਾਜ਼ ਦਿੱਤੀ ਗਈ ਸੀ। ਉਹਨਾਂ ਨੇ ਆਪਣੇ ਚਮਨ ਦੀ ਰਾਖੀ ਦੀ ਅਪੀਲ ਕੀਤੀ ਅਤੇ ਸ਼ੋਸ਼ਣ ਦੇ ਖਿਲਾਫ ਆਵਾਜ਼ ਬੁਲੰਦ ਕਰਨ ਨੂੰ ਕਿਹਾ। ਉਹਨਾਂ ਦੀਆਂ ਕਵਿਤਾਵਾਂ ਨੇ ਸੁਤੰਤਰਤਾ ਸੰਗਰਾਮ ਨੂੰ ਗਤੀ ਦਿੱਤੀ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸੁੱਟਣ ਦਾ ਸੱਦਾ ਦਿੱਤਾ। ਇੱਕ ਹੋਰ ਖੂਬਸੂਰਤ ਕਵਿਤਾ ਗੁਲਸ਼ਨ ਵਤਨ 'ਚ ਸੁਨਾਈ ਵਿੱਚ ਮਹਿਜੂਰ ਨੇ ਬੜੇ ਫਕਰ ਨਾਲ ਰਾਸ਼ਟਰ ਦੇ ਪ੍ਰਤੀ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਹੈ। ਬੁਲਬੁਲ ਵਨਨ ਸ਼ੂ ਪੋਸ਼ਨ ਗੁਲਸ਼ਨ ਵਤਨ ਸ਼ੂ ਸਾਉਨੀ ਆਂਦੀ ਆਂਦੀ ਸਫੈਦ ਸਾਂਗਰ ਦੀਵਾਰੇ ਸਗੇ ਮਰਮਰ। बुलबुल वनान च पोशन गुलशन वतन च सोनी अंडे अंडे सफेद संगर देवार संग मरमर। 2013 ਵਿੱਚ ਭਾਰਤ ਸਰਕਾਰ ਨੇ ਗੁਲਾਮ ਅਹਿਮਦ ਮਹਿਜੂਰ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ। ਇਸ ਮਹਾਨ ਰਾਸ਼ਟਰਵਾਦੀ ਨੂੰ ਸਾਡਾ ਨਮਨ। ਅੱਜ ਅਸੀਂ ਸ਼ਰਨ ਰਾਣੀ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 9 ਅਪ੍ਰੈਲ 1929 ਨੂੰ ਹੋਇਆ ਸੀ। ਉਹ ਇੱਕ ਸ਼ਾਸਤਰੀ ਸਾਜ਼ ਕਲਾਕਾਰ ਸੀ ਅਤੇ ਭਾਰਤ ਦੀ ਪਹਿਲੀ ਸਰੋਦ ਵਾਦਿਕਾ ਸਨ। ਲੋਕ ਪਿਆਰ ਨਾਲ ਉਹਨਾਂ ਨੂੰ ਸਰੋਦ ਰਾਣੀ ਕਹਿ ਕੇ ਪੁਕਾਰਦੇ ਸਨ। ਸ਼ਰਨ ਰਾਣੀ ਦਾ ਜਨਮ ਪੁਰਾਣੀ ਦਿੱਲੀ ਵਿੱਚ ਹੋਇਆ ਸੀ। ਉਹਨਾਂ ਨੇ ਉਸਤਾਦ ਆਊਦੀਨ ਖਾਨ ਅਤੇ ਉਹਨਾਂ ਦੇ ਪੁੱਤਰ ਅਲੀ ਅਕਬਰ ਖਾਨ ਤੋਂ ਸਰੋਦ ਵਾਦਨ ਦੀ ਸਿੱਖਿਆ ਲਈ। ਉਹਨਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਨੂੰ ਵਿਦੇਸ਼ਾਂ ਵਿੱਚ ਹਰਮਨ ਪਿਆਰਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸ਼ਰਨ ਰਾਣੀ ਨੇ ਸੁਤੰਤਰਤਾ ਸੰਗਰਾਮ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਸਾਲਾਂ ਤੱਕ ਉਹ ਬਿਲਕੁਲ ਮੌਨ ਰਹਿ ਕੇ ਜ਼ਰੂਰਤਮੰਦ ਸੈਨਾਨੀਆਂ ਦੀ ਮਦਦ ਕਰਦੀ ਰਹੀ। ਉਹਨਾਂ ਕਦੇ ਵੀ ਕਿਸੇ ਚੰਗੇ ਕੰਮ ਲਈ ਬੇਨਤੀ ਨੂੰ ਠੁਕਰਾਇਆ ਨਹੀਂ ਅਤੇ ਧਰਮ ਦੇ ਅਤੇ ਸੇਵਾ ਕੰਮਾਂ ਲਈ ਸੰਗੀਤ ਪੇਸ਼ਕਾਰੀਆਂ ਦਿੰਦੇ ਰਹੇ। ਸ਼ਰਨ ਰਾਣੀ ਨੇ ਗੁਰੂ ਚੇਲਾ ਪਰੰਪਰਾ ਨਾਲ ਸੰਗੀਤ ਸਿਖਾਇਆ ਅਤੇ ਕਿਸੇ ਵੀ ਸਿੱਖਣ ਵਾਲੇ ਤੋਂ ਕੋਈ ਫੀਸ ਨਹੀਂ ਲਈ। ਸ਼ਰਨ ਰਾਣੀ ਨੇ ਦਿਵਿਆ ਸਰੋਦ ਮੂਲ ਪ੍ਰਾਚੀਨਤਾ ਅਤੇ ਵਿਕਾਸ ਨਾਂ ਨਾਲ ਸਰੋਦ ਦਾ ਇਤਿਹਾਸ ਵੀ ਲਿਖਿਆ। ਇਹ ਪੁਸਤਕ 1992 ਵਿੱਚ ਪ੍ਰਕਾਸ਼ਿਤ ਹੋਈ। ਤਤਕਾਲੀ ਉਪ ਰਾਸ਼ਟਰਪਤੀ KR ਨਾਰਾਇਣ ਨੇ ਇਸ ਨੂੰ ਜਾਰੀ ਕੀਤਾ। ਪੁਸਤਕ ਦੇ ਦੂਜੇ ਸੰਸਕਰਣ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ IK ਗੁਜਰਾਲ ਨੇ 2008 ਵਿੱਚ ਜਾਰੀ ਕੀਤਾ। ਕਈ ਸਾਲਾਂ ਤੱਕ ਕੈਂਸਰ ਨਾਲ ਜੂਝਣ ਤੋਂ ਬਾਅਦ ਆਪਣੇ 80ਵੇਂ ਜਨਮ ਦਿਨ ਤੋਂ ਸਿਰਫ ਇੱਕ ਦਿਨ ਪਹਿਲਾਂ 8 ਅਪ੍ਰੈਲ 2008 ਨੂੰ ਉਹਨਾਂ ਦੀ ਮੌਤ ਹੋ ਗਈ। ਦੇਸ਼ ਦੀ ਇਸ ਮਹਾਨ ਸੁਪੁੱਤਰੀ ਨੂੰ ਸਾਡਾ ਨਮਨ।